ਅਸੀਂ ਜੀ ਦੇਖੋ ਸਾਡੇ ਕਿਸੇ ਬੇਟੇ ਨੂੰ ਕਿਸੇ ਦੋਸਤ ਨੂੰ ਲੱਗੀ ਹੁੰਦੀ ਨਾ ਤੇ ਅਸੀਂ ਇਹਨਾਂ ਨੂੰ ਮਾਫ ਕਰ ਦੇਣਾ ਸੀ ਜੀ ਇਹ ਸਾਡਾ ਜਾਨਵਰ ਆ ਸਾਨੂੰ ਕੋਈ ਇਨਸਾਫ ਨਾ ਮਿਲਿਆ ਤੇ ਮੈਂ ਇਸ ਆਦਮੀ ਨੂੰ ਇਦਾਂ ਹੀ ਕਰਨਾ ਜਿਹੋ ਜਿਹਾ ਹੈਗਾ ਮੇਰੀ ਸਾਰੀ ਦੁਨੀਆ ਗੱਲ ਸੁਣ ਲਵੇ ਦੇਖ ਲਵੇ ਨਜ਼ਾਰਾ ਇਹਦਾ ਇਨਸਾਫ ਨਾ ਹੋਇਆ ਜਿਸ ਹਾਲਤ 'ਚ ਜੇ ਆ ਇਸੇ ਹਾਲਤ 'ਚ ਕਰਕੇ ਮੈਨੂੰ ਮਾਰਨਾ ਅੱਲਾ ਵੀ ਇਨਸਾਫ ਕਰੇ। ਇਨਸ਼ਾਅੱਲਾ ਮੈਂ ਮਰਾਂ ਜਾਂ ਜੀਵਾਂ ਇਹੋ ਜਿਹਾ ਮੈਂ ਉਹਨੂੰ ਕਰਕੇ ਮੈਂ ਜਾਣਾ। ਹਾਂ ਹਲ ਲਈ ਜਾਂਦਾ ਸੀਗਾ ਤੇ ਮੈਨੂੰ ਆਵਾਜ਼ ਨਾ ਮਾਰੀ ਮੈਂ ਘਰੇ ਸੀਗੀ ਤੇ ਢਿੱਡ ਪਾੜ ਕੇ ਸਿੱਟ ਗਿਆ ਝੋਟੀ ਦਾ। ਜੇ ਮੈਂ ਮਗਰ ਜਾ ਕੇ ਪੁੱਤ ਕਹਿ ਕੇ ਭਰਾ ਕਹਿ ਕੇ ਮੈਂ ਕਿਹਾ ਮੈਂ ਕਿਹਾ ਪਿਛਾਂ ਮੁੜ ਕੇ ਨਾ ਤੇ ਮੇਰੀ ਝੋਟੀ ਦਾ ਢਿੱਡ ਤਾਂ ਤੂੰ ਵੇਖ ਤੇ ਨਾ ਮੁੜਿਆ ਮੈਨੂੰ ਉਲਟਾ ਆਂਦਾ ਕਹਿੰਦਾ ਜਾ ਜੇ ਢਿੱਡ ਪਾਟ ਗਿਆ ਤਾਂ ਵੇਖਣਾ ਥਾਣਾ ਪਿਆ ਚਲੀ ਜਾਵੇ ਕਹਿੰਦਾ ਉਹਨਾਂ ਨੂੰ ਪਸ਼ੂਆਂ ਨੂੰ ਘਰੇ ਬੰਨ ਲਿਆ ਕਰੋ ਕੱਟੀ ਇੱਕ ਵੱਜੀ ਸੀ ਵੇਖਣਾ ਗਲੀ ਦੇ ਵਿੱਚ ਤੇ ਇਹ ਹੋਰ ਵੀ ਤਾਂ ਲੋਕਾਂ ਦੇ ਵੱਜੇ ਹੀ ਆ ਪਸ਼ੂ। ਕਿੰਨੀ ਦੇਰ ਦਾ ਇਹ ਕਿਹਾ ਜੀ ਅਸੀਂ ਜੇ ਹੁਣ ਬੰਦੇ ਸਾਡੇ ਆ ਤਾਂ ਅਸੀਂ ਉਹਨਾਂ ਨੂੰ ਮਾਰਾਂਗੇ ਅਸੀਂ ਤਾਂ ਲੋਕੇ ਫਿਰਨਾ ਜਨਾਬ ਉਹਨਾਂ ਤੋਂ ਉਹ ਆਂਦਾ ਅਸੀਂ ਉਹਨਾਂ ਨੂੰ ਮਾਰਨਾ ਜੇ ਖੁਦ ਗਾਂਹ ਪਿਛਾਂ ਗੱਲ ਕੀਤੀ ਮਾਈ ਤਰ੍ਹਾਂ ਗਾਂਹ ਪਿਛਾਂ ਗਏ ਨਾ ਜੀ ਤਾਂ ਅਸੀਂ ਇਹਨਾਂ ਨੂੰ ਕਿਸੇ ਨੇਰੇ ਸਵੇਰੇ ਮਾਰ ਦਿਆਂਗੇ। ਮੈਨੂੰ नहीं लगता जी इंसाफ मिलूगा ये आप ही लेना पैना जी। बाअसर जालम ज़िम्मेदार का हमला जानवर पर तशद्दुद। ये वाक़या अंदरून सिंध या कच्चे के इलाके का नहीं बल्कि ये सानेहा है पंजाब के मशहूर शहर बूरेवाला के नवाही गांव 171 ईबी का, जहां पर एक बाअसर और जालम ज़िम्मेदार ने बेज़ुबान हामला जानवर पर किया कुल्हाड़ियों के मुतअद्दिद वार से बेईमाना तशद्दुद। थाना गग्गो मंडी की हदूद में वाक़े चक नंबर 171 ईबी के गरीब मजदूर के हामला जानवर पर कुल्हाड़ियों से किया गया जुल्म कोई पहला वाक़या नहीं था, बल्कि इसी बाअसर ज़िम्मेदार ने इससे पहले भी बहुत से जानवरों पर जुल्म की इंतहा की है। गरीब मजदूर की आहो बका सुनने के लिए वतन अजीज़ का कोई अदारा तैयार न है। महकमा लाइव स्टॉक के डॉक्टर की रिपोर्ट के मुताबिक अभी तक कोई कार्रवाई अमल में ना लाई गई। क़यामत खुद बताएगी क़यामत क्यों ज़रूरी थी। मज़ीद जानिए टीम वॉइस ऑफ पंजाब की इस रिपोर्ट में। ਵਾਲੇਕੁਮ ਅਸਲਾਮ ਬੱਚੋ ਜੀ ਕੀ ਨਾਮ ਲਿਆਕਤ ਅਲੀ ਜੀ ਕਿਹੜਾ ਪਿੰਡ 171 ਵੀ ਜੀ 171 ਈਬੀ। ਹਾਂਜੀ ਮੁਹਤਰਮ ਤੁਹਾਡਾ ਇਹ ਜਾਨਵਰ ਆ ਤੇ ਗਧੀ ਆ ਇਹਨੂੰ ਮਾਰਿਆ ਗਿਆ ਵਾ ਔਰ ਬੜੀ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਕੁਲਹਾੜੀਆਂ ਦਾ ਵਾਰ ਕਰਕੇ। ਸਾਡੀ ਟੀਮ ਨਾਲ ਇਸ ਪਿੰਡ ਦੇ ਕੁਝ ਲੋਕਾਂ ਨੇ ਰਾਬਤਾ ਕੀਤਾ ਤਾਂ ਅਸੀਂ ਇੱਥੇ ਪਹੁੰਚੇ ਆ। ਕੀ ਵਾਕਿਆ ਹੋਇਆ ਕਿਉਂ ਮਾਰਿਆ ਗਿਆ ਇਸ ਬੇਜ਼ੁਬਾਨ ਦਾ ਕੀ ਕਸੂਰ ਸੀ? ਦੇਖੋ ਜੀ ਇਹ ਲੋਕ ਨਾ ਬਦਮਾਸ਼ੀ ਕਰਦੇ ਆ ਸ਼ਰੇਆਮ। ਇਹ ਨਾਲ ਨਾ ਪਿੰਡ ਦੇ ਇਹਨਾਂ ਨੇ ਰਕਬਾ ਲਿਆ ਹੋਇਆ ਇੱਥੇ ਆਮ ਗਰੀਬ ਲੋਕਾਂ ਦੇ ਡੰਗਰ ਚਲੇ ਜਾਂਦੇ ਆ ਨਾਲ ਤਲਾਅ ਤੁਹਾਡੇ ਸਾਹਮਣੇ ਜੀ ਜੀ। ਇਹਨਾਂ ਨੇ ਕਈ ਬੱਕਰੀਆਂ ਨੂੰ ਮਾਰਿਆ ਜੀ। ਉਹ ਮਾਈ ਆ ਸਾਡੀ ਅਜ਼ੀਜ਼ ਆ ਜੀ ਜੀ ਬੇਵਾ ਹੈ ਇਹਦੀ ਬੇਟਾ ਇੱਕ ਸੀ ਫੌਤ ਹੋ ਗਿਆ ਹੁਣ ਜਿਹੜੀ ਨੂੰਹ ਉਹ ਵੀ ਬੇਵਾ ਹੈ ਜੀ ਉਹ ਇੱਕ ਇਹਦਾ ਬੇਟਾ ਬਸ ਪੁੱਤਰ ਹੈ। ਜੀ ਜੀ ਇਹਨਾਂ ਦੀ 3 ਸਾਲ ਦੀ ਝੋਟੀ ਸੀ ਜਿਹੜਾ ਇਹ ਲੰਘਿਆ ਬੈਠੀ ਸੀ ਇਹਨੇ ਉਠਾਇਆ ਨਹੀਂ ਟਰੈਕਟਰ ਉੱਤੋਂ ਦੀ ਲੰਘਾ ਦਿੱਤਾ ਹਲ ਫਿਰ ਗਏ ਉਹਦੇ ਪੇਟ 'ਚ। ਠੀਕ 1 ਮਹੀਨੇ ਡੇਢ ਬਾਅਦ ਉਹ ਮਰ ਗਈ ਆ। 4-5 ਲੱਖ ਦਾ ਉਹਨਾਂ ਦਾ ਨੁਕਸਾਨ ਹੋਇਆ ਜੀ। ਇਹ ਪਿੰਡ ਵਾਲਾ ਜਿਹੜਾ ਚੌਧਰੀ ਸੀਗਾ ਜੀ ਉਹਨੇ 2 ਦਿਨ ਇਹਨੂੰ ਕਿਹਾ ਜੀ ਅਸੀਂ ਤੁਹਾਡਾ ਕਰਦੇ ਹਾਂ ਇਹ ਕਰਦੇ ਹਾਂ ਉਹ ਕਰਦੇ ਹਾਂ ਮੁਹੰਮਦ ਸਦੀਕ ਔਰ ਗੋਗੀ ਜੀ। ਜੋ 2-3 ਦਿਨ ਤੋਂ ਬਾਅਦ ਤੁਸੀਂ ਨੰਬਰਦਾਰ ਦਾ ਨਾਮ ਦੱਸਿਆ ਨਹੀਂ ਜੀ ਜਿਹੜਾ ਬੰਦਾ ਜਿਨੇ ਜ਼ੁਲਮ ਕੀਤਾ ਜਿਨੇ ਝੋਟੀ ਨੂੰ ਮਾਰਿਆ ਇਹਨੇ ਮਾਈ ਨੂੰ ਬਿਠਾਇਆ ਸੀ ਅੱਛਾ ਇਹਨੇ ਥਾਣੇ ਗਈ ਉਹਨੇ ਬਿਠਾ ਲਿਆ ਵੀ ਤੁਸੀਂ ਥਾਣੇ ਨਾ ਜਾਓ ਅਸੀਂ ਤੁਹਾਡਾ ਤਸਵੀਰ ਕਰਾਵਾਂਗੇ ਤੁਹਾਨੂੰ ਹਰ ਚੀਜ਼ ਲੈ ਕੇ ਦਿਆਂਗੇ ਇਹਨਾਂ ਤੋਂ। ਬਹਰਹਾਲ ਬਾਅਦ ਦੇ ਵਿੱਚ ਕੋਈ ਇਹਨਾਂ ਦੀ ਗੱਲ ਨਹੀਂ ਸੁਣੀ ਕੋਈ ਸ਼ੈ ਨਹੀਂ ਇਹਨਾਂ ਨੂੰ ਦਿੱਤੀ। ਇਹ ਵਿਚਾਰੀਆਂ ਰੋਕ ਕਰ ਲਾ ਕੇ ਬੈਠ ਗਈਆਂ। ਇਹ ਸਾਡਾ ਜਾਨਵਰ ਸੀ ਖੋਤੀ ਹੈ ਹੁਣੇ ਸੂਣ ਵਾਲੀ ਸੀਗੀ ਜੀ। ਪਰਸੋਂ ਸਾਡੀ ਦੀਵਾਰ ਡਿੱਗੀ ਹੋਈ ਤੁਹਾਡੇ ਸਾਹਮਣੇ ਬਾਹਰ ਨਿਕਲੀ ਹੈ ਸੁਬਾਹ ਨਾਲ ਤਲਾਅ ਇੱਥੇ ਚਰਦੀ ਖੜੀ ਸੀ। ਦੋਨੋਂ ਭਰਾ ਨਾਲ ਭਰਾ ਆਏ ਆ ਦੋਵਾਂ ਨੇ ਫੜ ਕੇ ਦੋ ਕੋਲੇ ਕੁਹਾੜੀਆਂ ਸੀ ਸ਼ਰੇਆਮ 10 ਬੰਦਿਆਂ ਨੇ ਅਸੀਂ ਦੇਖਿਆ ਜੀ ਮਾਰ ਕੇ ਤੇ ਜਨਾਬ ਪਰਾਂ ਚਲੇ ਗਏ ਆਪਣੇ ਮੱਕੀ ਦੇ ਕੋਲੇ। ਅਸੀਂ ਫਿਰ ਇਹਨੂੰ ਲੈ ਗਏ ਆ ਜੀ ਥਾਣੇ ਵੀ ਲਗਾਏ ਆ ਦਿਖਾਇਆ ਥਾਣੇ ਵਾਲਿਆਂ ਨੂੰ ਦਿਖਾਇਆ ਇਹਦਾ ਰਿਜ਼ਲਟ ਵੀ ਲਿਆ ਇਹਦਾ ਮੈਂ ਡਾਕਟਰ ਵੀ ਬਣਵਾਇਆ ਜਾ ਕੇ ਡਾਕਟਰ ਸਾਹਿਬ ਦੇ ਪੇਸ਼ ਕੀਤੀ ਜਾਨਵਰਾਂ ਵਾਲੇ ਹਸਪਤਾਲ ਉੱਥੋਂ ਇਹਦਾ ਮੈਂ ਰਿਜ਼ਲਟ ਲਿਆ ਆ ਥਾਣੇ SHO ਸਾਹਿਬ ਨੂੰ ਦੇ ਕੇ ਆਇਆ ਲਿਆ ਤਾਂ ਸਾਡੇ ਨਾਲ ਹਜੇ ਤੱਕ ਕੋਈ ਗੱਲ ਨਹੀਂ। FIR ਹੋਈ ਹੈ FIR ਹਜੇ ਤੱਕ ਨਹੀਂ। ਕਿਹੜਾ ਥਾਣਾ ਹੈ? ਥਾਣਾ ਗੱਗੋ ਜੀ। ਥਾਣਾ ਗੱਗੋ। ਹਾਂਜੀ। SHO ਦਾ ਨਾਮ ਪਤਾ? ਨਹੀਂ ਨਾਮ ਦਾ ਮੈਨੂੰ ਨਹੀਂ। ਤਫਤੀਸ਼ੀ ਦਾ ਨਾਮ ਪਤਾ ਹੋਵੇ? ਨਹੀਂ ਜੀ ਮੈਨੂੰ ਹਜੇ ਕੋਈ ਤਫਤੀਸ਼ੀ ਕੋਈ ਦੱਸਣਗੇ ਤਾਂ ਤੁਹਾਡੇ ਨਾਲ ਕੋਈ ਰਾਬਤਾ ਦੁਬਾਰਾ ਕੀਤਾ ਉਹਨੇ? ਨਹੀਂ ਕੋਈ ਨਹੀਂ। ਮੁਲਜ਼ਮ ਪਕੜੇ ਗਏ? ਨਹੀਂ ਕੋਈ ਨਹੀਂ ਜੀ। ਇਸ ਤੋਂ ਪਹਿਲੇ ਜਿਹੜਾ ਇੱਕ ਤੁਸੀਂ ਬੈਂਸ ਦਾ ਵਾਕਿਆ ਸੁਣਾਇਆ ਜਿਹਦੇ ਤੋਂ ਹਲ ਲਗਾ ਤੇ ਗਏ ਨੇ ਉਹ ਜਾਨਵਰ ਜ਼ਿੰਦਾ ਜਾਂ ਮਰ ਗਿਆ? ਮਰ ਗਿਆ ਜੀ। ਜਾਨਵਰ ਮਰ ਗਿਆ। ਮਰ ਗਿਆ ਹਾਂਜੀ ਮਰ ਗਿਆ ਜੀ। ਕਿੰਨੀ ਮਾਲੀਅਤ ਦਾ ਸੀ? ਉਹ ਤਕਰੀਬਨ 3-3.5 ਲੱਖ ਦਾ ਸੀ। ਇਹਦੀ ਕੀ ਮਾਲੀਅਤ? ਇਹਦੀ ਹੈ ਜੀ ਕੋਈ 70-80 ਹਜ਼ਾਰ ਰੁਪਏ ਜੀ। ਲੇਕਿਨ ਜਾਨ ਦੀ ਕੀਮਤ ਬਹੁਤ ਜ਼ਿਆਦਾ ਹੈ ਪੈਸਿਆਂ ਨਾਲ। ਕੀਮਤ ਬਹੁਤ ਅਸੀਂ ਜੀ ਦੇਖੋ ਸਾਡੇ ਕਿਸੇ ਬੇਟੇ ਨੂੰ ਕਿਸੇ ਦੋਸਤ ਨੂੰ ਲੱਗੀ ਹੁੰਦੀ ਨਾ ਤੇ ਅਸੀਂ ਇਹਨਾਂ ਨੂੰ ਮਾਫ ਕਰ ਦੇਣਾ ਸੀ। ਜੀ ਇਹ ਸਾਡਾ ਜਾਨਵਰ ਆ ਸਾਨੂੰ ਕੋਈ ਇਨਸਾਫ ਨਾ ਮਿਲਿਆ ਤੇ ਮੈਂ ਇਸ ਆਦਮੀ ਨੂੰ ਇਦਾਂ ਹੀ ਕਰਨਾ ਜਿਹੋ ਜਿਹਾ ਹੈਗਾ ਮੇਰੀ ਸਾਰੀ ਦੁਨੀਆ ਗੱਲ ਸੁਣ ਲਵੇ ਦੇਖ ਲਵੇ ਨਜ਼ਾਰਾ
ਇਹਦਾ ਇਨਸਾਫ ਨਾ ਹੋਇਆ ਜਿਸ ਹਾਲਤ 'ਚ ਇਹ ਆ ਇਸੇ ਹਾਲਤ 'ਚ ਕਰਕੇ ਮੈਨੂੰ ਮਾਰਨਾ ਅੱਲਾ ਵੀ ਇਨਸਾਫ ਕਰੇ। ਇਨਸ਼ਾਅੱਲਾ। ਮੈਂ ਮਰਾਂ ਜਾਂ ਜੀਵਾਂ ਇਹੋ ਜਿਹਾ ਮੈਂ ਉਹਨੂੰ ਕਰਕੇ ਮੈਂ ਜਾਣਾ। ਕਿਉਂ ਕਰਦੇ ਹੋ? ਬਾਅਸਰ ਆ, ਪੈਸੇ ਵਾਲੇ ਆ, ਕਿਉਂ ਕਰਦੇ? ਬਾਸਰ ਹਾਂਜੀ। ਅੱਛਾ, ਬਾਅਸਰ। ਹਾਂਜੀ ਬਦਮਾਸ਼ ਥਾਣੇ ਕਚਹਿਰੀ 'ਚ ਉਹਨਾਂ ਦੀ ਕੋਈ ਮਸਲਾ ਨਹੀਂ। ਐਮਪੀਏ ਕੋਲੇ ਚਲੇ ਜਾਂਦੇ ਆ ਜੀ, ਉਹ ਵੀ ਉਹਨਾਂ ਦੀ ਸੁਣਦੇ ਆ ਜੀ। ਥਾਣੇ ਚਲੇ ਜਾਂਦੇ ਪੈਸੇ ਦੇ ਆਉਂਦੇ, ਉਹ ਵੀ ਉਹਨਾਂ ਦੀ ਸੁਣਦੇ ਆ ਜੀ। ਗਰੀਬਾਂ ਦੀ ਸੁਣਦਾ ਕੋਈ ਨਹੀਂ। ਤੁਹਾਨੂੰ ਕੀ ਲੱਗਦਾ ਐਸਐਚਓ ਜਿਹੜਾ ਉਹ ਵਿਕ ਗਿਆ ਵਾ, ਪੈਸੇ ਲੈ ਲਏ ਆ? ਅਜੇ ਤੱਕ ਸਾਨੂੰ ਨਹੀਂ ਜੀ ਇਹ ਗੱਲ ਦਾ ਪਤਾ ਜੀ। ਫਿਰ ਉਹਨੇ ਐਫਆਈਆਰ ਕਿਉਂ ਨਹੀਂ ਦਿੱਤੀ? FIR ਅਸੀਂ ਕੱਲ ਗਏ ਆ ਜੀ, ਅਸੀਂ ਉਹਨਾਂ ਨੂੰ ਦਰਖਾਸਤ ਦੇ ਆਏ ਸੀ। ਉਹਨਾਂ ਕਿਹਾ ਜੀ ਅਸੀਂ ਸ਼ਾਮ ਤੱਕ ਦੇਾਂਗੇ। ਉਹਨਾਂ ਦੇ ਕੋਈ ਵਾਲਾ ਸਾਹਿਬ ਨੂੰ ਮਸਲਾ ਸੀ, ਉਹ ਆਖਣ ਲੱਗੇ ਜੀ ਸਾਨੂੰ ਮਜਬੂਰੀ ਹਸਪਤਾਲ ਅਸੀਂ ਜਾ ਰਹੇ ਹਾਂ, ਆ ਕੇ ਅਸੀਂ ਇਨਸ਼ਾਅੱਲਾ FIR ਦਰਜ ਕਰਾਂਗੇ। ਹੁਣ ਅਸੀਂ ਪਤਾ ਕਰਾਂਗੇ ਆ ਸ਼ਾਮੀ। ਕਿੰਨੇ ਜਾਨਵਰਾਂ ਨੂੰ ਜ਼ੁਲਮ ਕੀਤਾ? 2 ਤੁਸੀਂ ਮੈਨੂੰ ਦੱਸੇ ਨੇ, ਇਸ ਤੋਂ ਇਲਾਵਾ ਵੀ ਉਹਨਾਂ ਦਾ ਕੋਈ ਪਿੰਡ 'ਚ ਕਿਵੇਂ ਦਾ ਮਾਮਲਾ? ਇਹਨਾਂ ਦੇ ਜੀ ਪਿੰਡ 'ਚ ਜੀ ਤੁਸੀਂ ਯਕੀਨ ਕਰੋ 20 ਘਰਾਂ ਨਾਲ ਇਹੋ ਜਿਹੇ ਮਾਮਲੇ ਆ ਜੀ ਇਹਨਾਂ ਦੇ। ਕਿਸੇ ਗਰੀਬ ਦੀ ਬੱਕਰੀ ਮਾਰਤੀ ਹੈ ਜੀ, ਕਿਸੇ ਦੀ ਫੜ ਕੇ ਲੈ ਗਏ ਆ ਜੀ, 4 ਦਿਨ ਛੱਡੀ ਨਹੀਂ ਜੀ। ਉਹਨਾਂ ਤੋਂ ਮਿੰਨਤਾਂ ਤਰਲੇ ਕਰਾਉਣੇ ਆ ਜੀ, ਗਾਲ ਮੰਦਾ ਕਰਨਾ ਛੱਡ ਦੇਣੀ ਹੈ ਜੀ, ਬਸ ਇਹ ਕੰਮ ਕੀਤਾ। ਪਾਕਿਸਤਾਨ 'ਚ ਬਹੁਤ ਜ਼ਿਆਦਾ ਉਦਾਰੇ ਨੇ ਜਿਹੜੇ ਜਾਨਵਰਾਂ ਦੇ ਤਹੱਫੁਜ਼ ਵਾਸਤੇ ਕੰਮ ਕਰਦੇ ਨੇ। ਮਹਿਕਮਾ ਲਾਈਵ ਸਟਾਕ ਹੈਗਾ ਵਾ ਜਾਨਵਰਾਂ ਦਾ, ਜਿਹਨਾਂ ਵਾਸਤੇ ਕੰਮ ਕਰਦਾ। ਤੁਹਾਨੂੰ ਕੀ ਲੱਗਦਾ, ਤੁਹਾਨੂੰ ਪਾਕਿਸਤਾਨ ਦੀ ਗਵਰਨਮੈਂਟ ਤੋਂ CM ਪੰਜਾਬ ਮਰੀਮ ਨਵਾਜ਼ ਸਾਹਿਬਾ, ਬਾਕੀ ਜਿਹੜੇ ਅਦਾਰੇ ਨੇ, ਤੁਹਾਨੂੰ ਇਨਸਾਫ ਦੇਣਗੇ ਕਿ ਇਸ ਜਾਨਵਰ ਦਾ ਕੋਈ ਨਿਯਮਲ ਬਦਲ ਹੋਏਗਾ? नहीं, सानू कोई उम्मीद नहीं। कोई उम्मीद नहीं, सानू आप ही कुछ करना पैना जी नाज़रीन, इंशाल्लाह। टीम वॉइस ऑफ पंजाब के साथ वो माँ जी भी मौजूद हैं जो इससे पहले एक जानवर यहाँ पर जिसकी डेथ हो चुकी है, एक भैंस जो मर चुकी है, ये माँ बेवा है। इसका एक बेटा था वो भी फौत हो चुका है, इसकी बहू जो है वो भी बेवा है। ये माँ जी का जो साथ बेटा खड़ा है, तो ये छोटा सा बच्चा है, वो इनकी भैंस थी, इनकी मलकियत थी, वो इन यतीम बच्चों की मलकियत थी। माँ जी से जानते हैं इनके साथ क्या वाक़या पेश आया। अस्सलाम वालेकुम। ਹਾਂ की नाम? ਰਸ਼ੀਦਾ ਬੀਬੀ 171 ਦੇ ਰਹਿਸ਼ੀ ਹੋ। ਹਾਂਜੀ। ਤੁਹਾਡੇ ਨਾਲ ਵੀ ਕੋਈ ਐਸਾ ਵਾਕਿਆ ਪੇਸ਼ ਆਇਆ? ਉਸ ਘਰ ਵੱਲੋਂ ਉਹ ਬਾਸਰ ਲੋਕ ਨੇ ਤੁਹਾਡੀ ਭੈਂਸ ਨੂੰ ਕਿਵੇਂ ਮਾਰਿਆ? ਹਾਂ, ਹਲ ਲਈ ਜਾਂਦਾ ਸੀਗਾ ਤੇ ਮੈਨੂੰ ਆਵਾਜ਼ ਨਾ ਮਾਰੀ, ਮੈਂ ਘਰੇ ਸੀਗੀ ਤੇ ਢਿੱਡ ਪਾੜ ਕੇ ਸਿੱਟ ਗਿਆ ਝੋਟੀ ਦਾ। ਜੇ ਮੈਂ ਮਗਰ ਜਾ ਕੇ ਪੁੱਤ ਕਹਿ ਕੇ ਭਰਾ ਕਹਿ ਕੇ ਮੈਂ ਕਿਹਾ, ਮੈਂ ਕਿਹਾ ਪਿਛਾਂ ਮੁੜ ਕੇ ਨਾ ਤੇ ਮੇਰੀ ਝੋਟੀ ਦਾ ਢਿੱਡ ਤਾਂ ਤੂੰ ਵੇਖ, ਤੇ ਨਾ ਮੁੜਿਆ। ਮੈਨੂੰ ਉਲਟਾ ਆਂਦਾ, ਕਹਿੰਦਾ ਜਾ ਜੇ ਢਿੱਡ ਪਾਟ ਗਿਆ ਤਾਂ ਵੇਖਣਾ ਥਾਣਾ ਪਿਆ ਚਲੀ ਜਾ, ਵੇਖਣਾ ਉਹਨਾਂ ਨੂੰ ਪਸ਼ੂਆਂ ਨੂੰ ਘਰੇ ਬੰਨ ਲਿਆ ਕਰੋ। ਕੱਟੀ ਇੱਕ ਵੱਜੀ ਸੀ ਵੇਖਣਾ ਗਲੀ ਦੇ ਵਿੱਚ, ਤੇ ਇਹ ਹੋਰ ਵੀ ਤਾਂ ਲੋਕਾਂ ਦੇ ਵੱਜੇ ਹੀ ਆ ਪਸ਼ੂ। ਕਿੰਨੀ ਦੇਰ ਦਾ? 3 ਮਹੀਨੇ ਹੋ ਗਏ। 2-3 ਮਹੀਨੇ ਪਹਿਲੇ ਦਾ ਵਾਕਿਆ ਤੁਹਾਡੀ ਭੈਂਸ? ਹਾਂ, ਸਾਡੀ ਝੋਟੀ ਦਾ। ਆ ਤੇ ਕੋਈ ਇਹਨਾਂ ਨੇ ਗੱਲ ਨਾ ਸੁਣੀ। ਜੇ ਮੇਰੀ ਨੂੰਹ ਵੇਖਣਾ ਉੱਥੇ ਅਲਾਮਾ ਦੇਣ ਗਈ ਛੋਟੇ ਮੁੰਡੇ ਨੂੰ, ਤੇ ਉਹਨੇ ਵੀ ਇਹ ਕਿਹਾ ਵੀ ਵੇਖਣਾ ਅਸੀਂ ਕੀ ਕਰੀਏ, ਢਿੱਡ ਪਾਟ ਗਿਆ ਤਾਂ ਜਾਓ ਥਾਣਾ ਪਿਆ ਚਲੀਆਂ ਜਾਓ। ਤੇ ਉਲਟਾ ਸਾਡੇ ਤੇ ਉੱਥੇ ਫੋਨ ਕੀਤਾ ਥਾਣੇ ਵੀ ਉਹ ਸਾਡਾ ਡਾਕਾ ਮਾਰ ਲਗਈਆਂ ਦੁਕਾਨ ਚੋਂ। ਤੁਹਾਡੇ ਤੇ ਮਤਲਬ ਚੋਰੀ ਦਾ ਇਲਜ਼ਾਮ ਲਾ? ਚੋਰੀ ਦਾ ਇਲਜ਼ਾਮ ਲਾਤਾ। ਤੁਹਾਡਾ ਜਾਨਵਰ ਵੀ ਗਿਆ, ਚੋਰੀ ਦਾ ਇਲਜ਼ਾਮ ਵੀ? ਹਾਂ, ਚੋਰੀ ਦਾ ਇਲਜ਼ਾਮ ਵੀ ਲਾਤਾ ਵੀ ਦੁਕਾਨ ਤੇ ਆਏ ਸਾਡਾ ਡਾਕਾ ਮਾਰ ਕੇ ਲੈ ਗਏ। 20,000 ਰੁਪਈਆ ਕੱਢ ਕੇ ਲੈ ਗਈ ਇਹਦੀ ਨੂੰ। ਤੇ ਮੁੜ ਕੇ ਕਿਸੇ ਨੇ ਗੱਲ ਹੀ ਨਾ ਸੁਣੀ, ਅਸੀਂ ਚੁੱਪ ਕਰਕੇ ਬਹਿ ਗਈਆਂ। ਤੁਹਾਡਾ ਕੁਝ ਨਹੀਂ ਬਣਿਆ? ਨਾ ਕੋਈ FIR, ਕੋਈ ਦਰਖਾਸਤ? ਇਹਨਾਂ ਨੇ ਆਨਾ ਦਵਾਨੀ ਦਿੱਤਾ, ਨਾ ਕੁਛ, ਨਾ ਲੈਣਾ ਨਾ ਦੇਣਾ। ਜਿਹੜਾ 3-4 ਹਜ਼ਾਰ ਰੁਪਈਆ ਲਾਇਆ ਸੀ, ਉਹ ਵੀ ਲੋਕਾਂ ਨੇ, ਦਲੌਰੀ ਨੇ 1000 ਰੁਪਈਆ ਦਿੱਤਾ, ਤਾਂ 1000 ਰੁਪਈਆ ਇੱਕ ਹੋਰ ਕਿਸੇ ਨੇ ਦਿੱਤਾ ਸੀਗਾ। ਤੇ ਫਿਰ ਉਹ ਪੱਟੀਆਂ ਪੁੱਟੀਆਂ ਕਰਵਾਉਂਦੀਆਂ ਰਹੀਆਂ ਤੇ ਉਹ ਬਚੀ ਨਹੀਂ? ਨਾ, ਉਹ ਮਰ ਗਈ। ਫੌਤ ਤੋਂ ਕਿੰਨੀ ਮਾਲੀਅਤ ਸੀ ਉਹਦੀ? ਕਿੰਨੇ ਪੈਸਿਆਂ ਦੀ? ਹਾਂ, ਹੈਗੀ 2-2.5 ਲੱਖ ਦੀ ਹੈ। ਹਾਂ। ਤੁਸੀਂ ਵੀ ਬੇਵਾ ਹੋ, ਤੁਹਾਡੀ ਬਹੂ ਵੀ ਬੇਵਾ ਹੈ? ਮੇਰੀ ਨੂੰਹ ਵੀ ਬੇਵਾ, ਮੈਂ ਵੀ ਬੇਵਾ। ਆ ਪੋਤਾ ਹੈ 7 ਸਾਲਾਂ ਦਾ, ਯਤੀਮ ਆ। ਹਾਂ। ਤੇ ਕਿਸੇ ਦੇ ਪਸ਼ੂ ਲੈ ਕੇ ਦਿਹਾੜੇ ਸਿਧਾੜੇ ਤੇ ਕੁਛ ਸਾਂਭਦੀਆਂ, ਕੁਛ 2 ਕੇਕ ਸਾਡੇ ਆਪਦੇ ਆ ਵੀ ਇਹ ਰੋਜੀ ਬਣਾਈ ਆ ਵੀ ਮੈਂ ਘਰ ਦਾ ਹੌਲੀ ਹੌਲੀ ਲੰਗੜੀ ਲੂਲੀ ਕਰ ਲੈਣੀ, 2 ਵਿਚਾਰੀ ਬਾਹਰੋਂ ਪੱਠੇ ਨੀਰਾ ਲੈ ਆਉਂਦੀ ਹੈ। ਮਾਂ ਜੀ, ਤੁਹਾਡਾ ਜਾਨਵਰ ਮਰ ਗਿਆ, ਐਸ ਗਧੇ ਦੇ ਉੱਤੇ ਜ਼ੁਲਮ ਕੀਤਾ? ਹਾਂ, ਜ਼ੁਲਮ ਕੀਤਾ ਗਿਆ ਵੀ ਆ ਹੁਣ ਵੇਖਾਂ ਬੇਜ਼ਬਾਨ ਆ, ਤੇ ਮੇਰੀ ਵੀ ਝੋਟੀ ਬੇਜ਼ਬਾਨ ਹੀ ਸੀ, ਤੇ ਇਹ ਅੱਗੋਂ ਹਕਾਰ ਨਾਲ ਗੱਲਾਂ ਕਰਨ, ਤੇ ਮੈਂ ਚੁੱਪ ਕਰਕੇ, ਅਸੀਂ ਫਿਰ ਚੁੱਪ ਕਰਕੇ ਬਹਿ ਗਈਆਂ। ਮਾਂ ਜੀ, ਗਵਰਨਮੈਂਟ ਦੇ ਨਾਮ ਕੀ ਪੈਗਾਮ ਆ? CM ਪੰਜਾਬ ਮਰੀਮ ਨਵਾਜ਼ ਸਾਹਿਬਾ ਦੇਖ ਰਿਹਾ, ਉਹਨਾਂ ਦੇ ਨਾਮ ਕੀ ਪੈਗਾਮ ਆ? ਅੱਜ ਕੱਲ ਤੁਹਾਡੀ ਝੋਟੀ ਮਰੀ ਹੈ, ਇਹ ਗਧੇ ਨੂੰ ਮਾਰਿਆ ਗਿਆ, ਇਸ ਤੋਂ ਗਾ ਕਿਸੇ ਹੋਰ ਨੂੰ ਮਾਰਨਗੇ। ਆਸਤਾ ਆਸਤਾ ਇਨਸਾਨ ਵੀ ਉਹਨਾਂ ਦੀ ਜ਼ੱਦ ਚਾਉਣਗੇ, ਜਦ ਚਾਉਣਗੇ। ਹਾਂ, ਤੇ ਵੀ ਕੋਈ ਇਹਨਾਂ ਨੂੰ ਹਕਾਰ ਹੀ ਨਹੀਂ, ਇਹਨਾਂ ਦਾ ਕੋਈ ਤੋੜਦਾ ਕਹਿੰਦਾ, ਗੱਲ ਹੀ ਨਹੀਂ ਸੁਣਦਾ ਕੋਈ। ਫਿਰ ਜੇ ਕਿਹਾ ਵੀ ਕੋਈ ਲੋਕਾਂ ਨੇ ਕਿਹਾ ਵੀ 2,000 ਕੋਈ 4,000 ਉਹਨਾਂ ਨੂੰ ਵਿਚਾਰੀਆਂ ਨੂੰ ਦਿਓ, ਵੀ ਰੰਡੀਆਂ ਦੋਵੇਂ ਨੌ ਸੱਸ, ਤੇ ਇੰਨਾ ਉਹਨਾਂ ਦਾ ਨਿਸ਼ਕਾਨ ਹੋ ਗਿਆ। ਨਾ ਕਿਸੇ ਨੇ ਦਵਾਨੀ ਨਹੀਂ ਦਿੱਤੀ। ਮਾਂ ਜੀ, ਪਿੰਡ ਦਾ ਨੰਬਰਦਾਰ ਵੀ ਉਹਨਾਂ ਵੱਲ ਹੀ ਹੈ? ਪਤਾ ਨਹੀਂ, ਲੰਬਰਦਾਰ ਦੂਰਾਂ ਵੱਲ ਤਾਂ ਮੈਂ ਫਿਰ ਮੁੜ ਕੇ ਗਈ ਨਹੀਂ, ਮੈਂ ਤੇ ਚੁੱਪ ਕਰਕੇ ਫਿਰ ਪਿੰਡ 'ਚ ਕੋਈ ਐਸੇ ਲੋਕ ਨਹੀਂ ਜਿਹੜੇ ਇਨਸਾਫ ਲੈ ਕੇ ਦੇ ਸਕਣ? ਹਾਂ, ਉਹ ਇਨਸਾਫ ਲੈਣ ਵਾਲੇ ਹੀ ਤਾਂ ਵੇਖਣਾ, ਉਹਨਾਂ ਨੇ ਤਾਂ ਬਾਲਿਆ। ਮੈਂ ਤਾਂ ਥਾਣੇ ਚਲੀ ਗਈ ਸੀ, SHO ਨੇ ਵੈਸੇ ਕਿਹਾ ਵੀ ਅੰਮਾ ਸ਼ਾਮ ਤੱਕ ਵਿਚਾਰਾ ਮੈਨੂੰ ਫੋਨ ਕਰਦਾ ਰਿਹਾ ਵੀ ਤੂੰ ਆਣ ਕੇ ਇੱਕ ਵਾਰੀ ਨਾ 2 ਬਿਆਨ ਲਿਖਾ ਦੇ। ਕਿਉਂ ਨਹੀਂ ਗਿਆ? ਤੇ ਫਿਰ ਮੈਂ ਗਈ, ਮੈਨੂੰ ਇਹਨਾਂ ਨੇ ਜਾਣ ਨਹੀਂ ਦਿੱਤਾ। ਉਹਨੇ ਜਿਹੜਾ ਗੋਗੀ ਹੈ, ਕਿਉਂ ਨਹੀਂ ਜਾਣ ਦਿੱਤਾ? ਹਾਂ ਵੀ ਬਹਿ ਜਾ ਕੇ ਤੇਰਾ ਇੱਥੇ ਇਨਸਾਫ ਹੋ ਜੂ, ਬਹਿ ਜਾ ਤੇ। ਲੱਭ ਗਿਆ ਇਨਸਾਫ? ਨਾ, ਕੋਈ ਨਾ ਲੱਭਾ ਇਨਸਾਫ ਨਸੂਬ। ਵਾਲੇਕੁਮ ਸਲਾਮ। ਜਨ ਕੀ ਨਾਮ? ਅਬਦੁਲ ਰਜ਼ਾਕ 171 ਦੇ ਰਹਿਸ਼ੀ। 171 ਦੀ। ਮੁਹਤਰਮ, ਤੁਹਾਡੇ ਪਿੰਡ ਦੇ ਵਿੱਚ ਜਿਹੜੇ ਏਡੇ ਬਾਸਰ ਲੋਕ ਨੇ, ਬਲਕਿ ਦਰਿੰਦਾ ਸਖਤ ਇਨਸਾਨ ਨੇ, ਜਿਹੜੇ ਜਾਨਵਰਾਂ ਤੇ ਇੰਨਾ ਜ਼ੁਲਮ ਕਰ ਰਹੇ ਨੇ, ਪਿੰਡ 'ਚ ਕੋਈ ਪੁੱਛਣ ਵਾਲਾ ਨਹੀਂ ਹੈਗਾ, ਕੋਈ ਕਾਨੂੰਨ ਨਹੀਂ ਹੈਗਾ ਇੱਥੇ?
ਪੁੱਛਣ ਵਾਲੇ ਬੰਦੇ ਗਏ ਆ ਜੀ, ਉਹਨਾਂ ਨੇ ਤਾਂ ਇਹ ਕਿਹਾ ਜੀ ਅਸੀਂ ਜੇ ਹੁਣ ਬੰਦੇ ਸਾਡੇ ਆ ਤਾਂ ਅਸੀਂ ਉਹਨਾਂ ਨੂੰ ਮਾਰਾਂਗੇ, ਅਸੀਂ ਤਾਂ ਲੁਕੇ ਫਿਰਨਾ ਜਨਾਬ ਉਹਨਾਂ ਤੋਂ। ਉਹ ਆਂਦਾ ਅਸੀਂ ਉਹਨਾਂ ਨੂੰ ਮਾਰਨਾ, ਜੇ ਖੁਦ ਗਾਂਹ ਪਿਛਾਂ ਗੱਲ ਕੀਤੀ ਮਾੜੀ ਤਰ੍ਹਾਂ ਗਾਂਹ ਪਿਛਾਂ ਗਏ ਨਾ ਜੀ, ਤਾਂ ਅਸੀਂ ਇਹਨਾਂ ਨੂੰ ਕਿਸੇ ਨੇਰੇ ਸਵੇਰੇ ਮਾਰ ਦਿਆਂਗੇ ਕਿਸੇ ਬੰਦੇ ਨੇ। ਯਾਨੀ ਕਿ ਤੁਹਾਨੂੰ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਲੱਗ ਚੁੱਕੀਆਂ। ਕਿਆ ਲਾ ਰਿਹਾ ਹਾਂਜੀ। ਕੀ ਕਹੋਗੇ, ਇਹਦਾ ਹੱਲ ਕੀ ਹੈ? ਇਹਨੂੰ ਇਨਸਾਫ ਕਿਵੇਂ ਮਿਲੇਗਾ? ਉਹ ਬੇਵਾ ਮਾਂ ਜੀ ਨੇ, ਉਹਨਾਂ ਦੀ ਨੌ ਬੇਵਾ ਵਾ, ਉਹਨਾਂ ਨੂੰ ਇਨਸਾਫ ਕੌਣ ਦੇਗਾ? ਇਹ ਤਾਂ ਤੁਹਾਡੀ ਬਰਖੁਰਦਾਰੀ ਤੁਸੀਂ ਦਵਾ ਸਕਦੇ ਹੋ ਸਾਨੂੰ, ਔਰ ਪਿੰਡਾਂ 'ਚ ਤਾਂ ਨਹੀਂ ਇਨਸਾਫ ਹੋ ਰਿਹਾ ਸਾਡੇ ਨਾਲ, ਤਾਂ ਫਿਰ ਦੇਖੀ ਖੜੋਤਾ ਜਿਹੜਾ ਇਹਦੀ FIR ਨਹੀਂ ਹੋਈ, ਨਹੀਂ ਹੋਈ ਕੀ ਲੱਗਦਾ ਹੋਏਗੀ? ਆ ਇਨਸ਼ਾਅੱਲਾ ਜੀ ਹੁਣ ਤੁਹਾਡੀ ਗੱਲਬਾਤ ਸੁਣੀ ਗਈ ਤੇ ਹੋ ਸਕਦਾ ਹੋ ਜੇ। ਜੇ ਸਾਡੇ ਤਾਂ ਅਗਲੇ ਪੈਸੇ ਭਰੀ ਬੈਠੇ, ਭਰੇ ਮਾਲਦਾਰ ਪਾਰਟੀ ਆ ਬੜੀ ਤਕੜੀ, ਹੋਰ 2-4 ਨਾਲ ਲੜੇ ਆ, ਉਹ ਰੁਪਈਆ 2-4 ਲੱਖ ਦੇ ਦਿੰਦੇ ਉਹਨੇ ਬਸ, ਤੇ ਕੋਈ ਅਸਰ ਨਹੀਂ। ਯਾਨੀ ਕਿ ਜਾਨਵਰ ਵੀ ਮਹਿਫੂਜ਼ ਨਹੀਂ, ਕਿ ਕੱਲ ਨੂੰ ਇਸ ਪਿੰਡ ਦੇ ਬੱਚੇ ਵੀ ਮਹਿਫੂਜ਼ ਨਹੀਂ, ਇੱਜ਼ਤਾਂ ਵੀ ਮਹਿਫੂਜ਼ ਨਹੀਂ। ਕੋਈ ਮਫੂਜੀ ਨਹੀਂ ਹੈ ਬਲ। ਗਵਰਨਮੈਂਟ ਦੇ ਨਾਮ ਕੀ ਪੈਗਾਮ ਹੈ? CM ਮਰੀਮ ਨਵਾਜ਼ ਸਾਹਿਬ ਤੁਹਾਨੂੰ ਦੇਖ ਰਿਹਾ। ਮਹੱਲਾ ਜਿਹੜਾ ਲੰਘ ਰਿਹਾ ਨੇ ਸਾਰਾ, ਜਦੋਂ ਟਰੈਕਟਰ ਗੱਡੀ ਲੈ ਕੇ ਆਉਂਦੇ, ਹਰ ਜਵਾਕ ਵੀ ਭੱਜ ਕੇ ਅੰਦਰ ਘਰਾਂ ਨੂੰ ਵੜ ਜਾਂਦੇ ਵੀ ਆ ਦੇ ਪਏ ਨੇ ਉਹਨਾਂ ਦੇ, ਇੰਨੇ ਬਾਸਰ ਇੰਨੇ ਬਾਸਰ ਹੋਏ ਫਿਰਦੇ ਜਨਾਬ। ਮੁਹਤਰਮ ਕੀ ਨਾਮ? ਸਾਬਰ ਜੀ। 171 ਦੇ ਰਹਿਸ਼ੀ ਹੋ। ਹਾਂਜੀ ਬਿਲਕੁਲ। ਇਹ ਜ਼ੁਲਮ ਕਿੰਨੀ ਕੁ ਦੇਰ ਇਸ ਗਾਂਵ 'ਚ ਹੁੰਦਾ ਰਹੇਗਾ? ਕੋਈ ਇਨਸਾਫ ਦੇਣ ਵਾਲਾ ਨਹੀਂ ਹੈਗਾ ਇੱਥੇ? ਕੋਈ ਨਹੀਂ ਹੈਗਾ ਜੀ। ਕੀ ਬਣੇਗਾ? ਤੁਹਾਡੀਆਂ ਇੱਜ਼ਤਾਂ, ਤੁਹਾਡੇ ਬੱਚੇ, ਤੁਹਾਡਾ ਰਹਿਣ ਸਹਿਣ ਤੇ ਇੱਥੇ ਤੋਂ ਦੋਬਰ ਹੋ ਜਾਏਗਾ। ਕਿਵੇਂ ਰਵੋਗੇ? ਇਹ ਲੋਕ ਇੰਨੇ ਹੀ ਬਾਸਰ ਨੇ, ਬਿਲਕੁਲ ਇਹ ਬਗੈਰਤਾ ਹੈਗੀ ਹੈ ਜੀ। ਬਹੁਤ ਜ਼ਿਆਦਾ ਬਾਸਰ। ਬਹੁਤ ਵੱਡੇ ਬਗੈਰਤਾ ਜੀ। ਕਿ ਥਾਣਾ ਕਚਹਿਰੀ 'ਚ ਕੋਈ ਗੱਲ ਸੁਣਨ ਵਾਲਾ ਨਹੀਂ ਹੈ। ਕੋਈ ਨਹੀਂ ਸੁਣਦਾ ਜੀ ਗੱਲ। ਕੀ ਬਣੇਗਾ? ਇਹਨੂੰ ਇਨਸਾਫ ਮਿਲੇਗਾ? ਮੇਰੇ ਹਿਸਾਬ ਨਾਲ ਤਾਂ ਕੋਈ ਨਹੀਂ ਲੱਭਣ ਡਿਆ। ਜਾਂ 2-3 ਦਿਨ ਹੋ ਗਏ ਆ, ਜੀ। ਕਿਸੇ ਨੇ ਪੁੱਛਿਆ ਵੀ ਨਹੀਂ ਆਣ ਕੇ ਵੀ ਇਹ ਕੀ ਮਸਲਾ ਬਣਿਆ, ਕੀ ਹੋਇਆ। ਕੋਈ ਨਹੀਂ ਜੀ, ਮੈਨੂੰ ਨਹੀਂ ਲੱਗਦਾ ਜੀ ਇਨਸਾਫ ਮਿਲੂਗਾ। ਇਹ ਆਪ ਹੀ ਲੈਣਾ ਪੈਣਾ ਜੀ। ਗਵਰਨਮੈਂਟ ਦੇ ਨਾਮ ਕੀ ਪੈਗਾਮ ਹੈ? CM ਮਰੀਮ ਨਵਾਜ਼ ਸਾਹਿਬਾ ਤੁਹਾਨੂੰ ਦੇਖ ਰਹੀਆਂ ਵਾ। ਲਾਈਵ ਸਟਾਕ ਦਾ ਜਿਹੜਾ ਮਹਿਕਮਾ, ਜਾਨਵਰਾਂ ਦੇ ਤਹੱਫੁਜ਼ ਵਾਸਤੇ ਜਿਹੜਾ ਮਹਿਕਮਾ ਵਾ, ਉਹਨਾਂ ਦੇ ਨਾਮ ਕੀ ਪੈਗਾਮ ਆ? ਅੱਜ ਇਹਦੀ ਵਾਰੀ ਹੈ, ਕੱਲ ਕਿਸੇ ਹੋਰ ਦੀ ਹੋਏਗੀ। ਆਖਰਕਾਰ ਉਹ ਮਰਦਾਂ ਦੇ, ਇਨਸਾਨਾਂ ਤੇ ਆਣਗੇ, ਉਹ ਤੇ ਫਿਰ ਵਹਿਸ਼ੀ ਹੋ ਜਾਣਗੇ। ਬਿਲਕੁਲ ਬਿਲਕੁਲ ਵੈਸੀ ਹੈ ਜੀ। ਉਹ ਕਿਸੇ ਦੀ ਗੱਲ ਨਹੀਂ ਸੁਣਦੇ ਹੈਗੇ। ਤੇ ਬਸ ਇਹ ਆਪ ਹੀ ਇਨਸਾਫ ਸਾਨੂੰ ਲੈਣਾ ਪੈਣਾ ਜੀ। ਕਿਸੇ ਨੇ ਸਾਨੂੰ ਕੋਈ ਇਨਸਾਫ ਨਹੀਂ ਦੇਣਾ ਜੀ। ਸਾਨੂੰ ਪਤਾ ਲੱਗਾ ਕਿ ਹੁਣ ਤੇ ਤੁਹਾਨੂੰ ਵੀ ਧਮਕੀਆਂ ਮਿਲਣ ਲੱਗ ਹਾਂਜੀ, ਸਾਨੂੰ ਧਮਕੀਆਂ ਦਿੱਤੀਆਂ ਉਹਨਾਂ ਨੇ, ਜੇ ਖੋਤੀ ਤੁਸੀਂ ਐਂ ਨੂੰ ਲੈ ਗਏ ਜਾਂ ਪਰਚਾ ਕਰਾਇਆ, ਅਸੀਂ ਐਂ ਕਰ ਦਿਆਂਗੇ, ਅਸੀਂ ਮਾਰ ਦਿਆਂਗੇ ਤੁਹਾਨੂੰ। ਹਾਂਜੀ, ਇਹ ਸਾਰੀਆਂ ਧਮਕੀਆਂ ਉਹਨਾਂ ਸਾਨੂੰ ਦਿੱਤੀਆਂ ਵਾ। ਤੁਸੀਂ ਪਿੰਡ ਵਾਲੇ ਫਿਰ ਮਰਨ ਵਾਸਤੇ ਤਿਆਰ ਹੋ ਇਸ ਜਾਨਵਰ ਦੇ ਪਿੱਛੇ? ਹਾਂਜੀ ਬਿਲकुल, इंशाल्लाह ताला जी ਤਿਆਰ ਹੋ। बिल्कुल तैयार। क़यामत खुद बताएगी क़यामत क्यों ज़रूरी थी। 171 ईबी के अंदर होने वाला ये नाखुशगवार वाक़या एक नहीं है, इससे पहले मुतअद्दद हो चुके हैं। मेरे अकब में ये जो लोग 171 ईबी के रहायशी हैं, ये इस वक्त सरापा एहतजाज हैं। गवर्नमेंट से पूछते हैं, हमारे अदारों से पूछते हैं कि क्या हम इस मुल्क के बाशिंदे नहीं हैं, हम इस मुल्क के रहायशी नहीं हैं। हमें एक शनाख्ती कार्ड देने के बाद तहफ़्फ़ुज़ हमें किसने देना था? टैक्स और वोट देने के बाद इनकी जान माल और इनके जानवर सब गैर महफूज हैं, इनकी इज़्ज़तें गैर महफूज हैं। अगर ऐसे ही बासर लोग इस मुल्क के ऊपर काबज़ रहे तो इस मुल्क में खाना जंगी दूर नहीं है। हमारी गवर्नमेंट को होश के नाखून लेने चाहिए, हमारे थाने को, हमारी कचहरियों को, हमारी अदलिया को इसके ऊपर सोचना चाहिए कि आज इस जानवर पर ऐसा जुल्म हुआ है, इससे पहले हो चुका है, इसके बाद इन लोगों के बच्चों की बारी है, इनकी इज़्ज़तों की बारी है। अगर आज इनके ऊपर इंसाफ ना हो सका तो इस मुल्क के अंदर और इस गांव के अंदर, इस इलाके के अंदर इंसाफ नाम की कोई चीज़ बाकी नहीं रहेगी। टीम वॉइस ऑफ पंजाब कोशिश करेगी थाने के SHO से मिला जाए, वहाँ के लोगों से मिला जाए और इसकी जो मेडिकल रिपोर्ट है वो भी आपके साथ शेयर की जाए और इसकी कहानी का अगला जो एंड होने जा रहा है वो भी आपके साथ शेयर करेंगे कि इस मुल्क के अंदर इंसाफ किस हद तक कर मौजूद है। टीम वॉइस ऑफ पंजाब बहुत जल्द मिलेगी एक नए प्रोग्राम के साथ। इस प्रोग्राम को शेयर कीजिएगा ताकि इस बेज़बान जानवर को, इन गरीब लोगों को इंसाफ मिल सके। अपना ख्याल रखिए।